ਹੁਜਰੇ ਦਾ ਮਾਹੌਲ ਕਾਫੀ ਮਾੜਾ ਸੀ। ਮਸੀਤ ਦੇ ਥੱਲੇ ਤੰਗ ਤੇ ਹਨੇਰਾ ਜਿਹਾ ਇੱਕ ਖੁੱਡਾ ਸੀ। ਥਾਂ-ਥਾਂ ਉੱਤੇ ਸੀਮੈਂਟ ਉਖੜਿਆ ਹੋਇਆ ਸੀ। ਛੱਤ ਵੀ ਉੱਤੋਂ ਟੁੱਟੀ ਹੋਈ ਸੀ। ਛੱਤ ਦੀਆਂ ਕੜੀਆਂ ਵੀ ਲਿਫੀਆਂ ਤੇ ਡਿੱਗਣ ਕਾਰਨ ਜਾਪਦੀਆਂ ਸਨ। ਪੁਰਾਣੇ ਵਕਤਾਂ ਦੀ ਨਿੱਕੀ ਇੱਟ ਨਾਲ ਬਣੀ ਹੋਈ ਪੂਰੀ ਇਮਾਰਤ ਵੀਰਾਨ ਤੇ ਖਸਤਾ ਹੋ ਗਈ ਹੋਈ ਸੀ। ਉੱਤੋਂ ਦਿਨ ਰਾਤ ਮਿੱਟੀ ਕਰਦੀ ਰਹਿੰਦੀ ਸੀ। ਮਸੀਤ ਦੇ ਮੌਲਵੀ ਉੱਤੇ ਪਾਣੀ ਦੀ ਵਰਤੋਂ ਬਹੁਤ ਕਰਦੇ ਸਨ। ਹੁਜਰੇ ਦੀਆਂ ਕੰਧਾਂ ਵਿੱਚੋਂ ਪਾਣੀ ਸਹਿਮਦਾ ਰਹਿੰਦਾ ਸੀ। ਬੇਹਿਸਾਬ ਕਿਤਾਬਾਂ, ਜਿਵੇਂ ਹੁਜਰੇ ਵਿੱਚ ਧੱਕੋ ਧੱਕੀ ਤਸੂਰੀਆਂ ਹੋਈਆਂ ਹੋਣ। ਕਿਤਾਬਾਂ ਦੇ ਢੇਰ ਵਿੱਚ ਚੂਹੇ ਖੇਡਦੇ ਰਹਿੰਦੇ ਸਨ, ਜਿਨ੍ਹਾਂ ਨੂੰ ਉਸਤਾਦ ਜੀ ਘਿਓ ਨਾਲ ਚੋਪੜ ਕੇ ਰੋਟੀ ਖਵਾਉਂਦੇ ਸਨ ਤਾਂ ਜੋ ਭੁੱਖ ਹੱਥੋਂ ਤੰਗ ਆਏ ਚੂਹੇ ਕਿਤਾਬਾਂ ਨਾ ਕੁਤਰਨ ਲੱਗ ਪੈਣ। ਪਾਣੀ ਕੰਧਾਂ ਵਿੱਚੋਂ ਸਿਮਣਾ, ਮਿੱਟੀ ਦਾ ਕਿਰਦਿਆਂ ਰਹਿਣਾ ਤੇ ਕਿਤਾਬਾਂ ਦੇ ਹੁਮਸ ਨਾਲ ਹੁਜਰੇ ਵਿੱਚ ਅਜੀਬ ਜਿਹੀ ਮਹਿਕ ਸੀ ਤੇ ਹਵਾਂਕ ਖਿਲਰੀ ਹੋਈ ਸੀ। ਰੌਸ਼ਨਦਾਨ, ਮੱਗ ਜਾਂ ਬਾਰੀ ਕੋਈ ਨਹੀਂ ਸੀ। ਇੱਕ ਬੂਹਾ ਸੀ, ਉਹ ਵੀ ਸੜਕ ਉੱਤੇ ਖੁੱਲ੍ਹਦਾ ਸੀ। ਸੜਕ ਉੱਤੋਂ ਮਿੱਟੀ ਘੱਟਾ ਤੇ ਲਿੱਦ ਉੱਡ ਕੇ ਅੰਦਰ ਪੈਂਦੀ ਰਹਿੰਦੀ ਸੀ। ਕਮਾਲ ਹਿੰਮਤ ਸੀ ਹੁਜਰੇ ਵਾਲੇ ਦੀ ਕਿ ਐਸੇ ਮਾਹੌਲ ਵਿੱਚ ਅਜੇ ਤੀਕਰ ਜਿਉਂਦਾ ਸੀ। ਫਿਰ ਹਰ ਆਮਰ ਤੇ ਆਮਰੀਅਤ ਨਾਲ ਲੜਦਾ ਰਹਿੰਦਾ ਸੀ ਤੇ ਸੱਜਣਾ ਬੇਲੀਆਂ ਨਾਲ ਚਹਿਕਦਾ ਸੀ। ਪਿਛਲੀ ਉਮਰ ਵਿੱਚ ਤਾਂ ਉਂਝ ਹੀ ਬੰਦਾ ਕਮਜ਼ੋਰ ਹੋ ਜਾਂਦਾ ਏ। ਇਹੋ ਜਿਹੇ ਮਾਹੌਲ ਵਿੱਚ ਬਿਮਾਰੀਆਂ ਖੁਸ਼ੀ ਨਾਲ ਚਿੰਬੜਦੀਆਂ ਨੇ। ਦਰਵੇਸ਼ ਉੱਤੇ 2-3 ਬਿਮਾਰੀਆਂ ਰਲ ਕੇ ਹਮਲਾ ਕਰ ਦਿੱਤਾ। ਗੋਡੇ ਖਿਚਾਓ ਕਾਰਨ ਆਕੜ ਗਏ ਹੋਏ ਸਨ। ਉੱਠਣ ਬੈਠਣ ਵਿੱਚ ਬਹੁਤ ਤਕਲੀਫ ਸੀ। ਗੁਰਦੇ ਰਹਿ ਗਏ ਸਨ। ਸ਼ੂਗਰ ਬਹੁਤ ਸੀ। ਜ਼ਬਾਨ ਉੱਤੇ ਫਾਲਜੀ ਹਮਲਾ ਸੀ। ਇੱਕ ਸ਼ਬਦ ਬੋਲਣ ਲਈ ਬਹੁਤ ਦਰਦ ਸਹਿਣਾ ਪੈਂਦਾ ਸੀ। ਫਿਰ ਵੀ ਦਰਵੇਸ਼ ਹਿੰਮਤ ਨਾ ਹਾਰੀ। ਡਾਕਟਰ ਦੀ ਦਵਾਈ ਨਾਲ ਮਾੜਾ ਮੋਟਾ ਆਰਾਮ ਮਿਲਦਾ, ਕੁਝ ਤਬੀਅਤ ਸੰਭਲਦੀ ਤਾਂ ਫਿਰ ਚਮਕਣ ਲੱਗ ਪੈਂਦੇ। ਇੱਕ ਵਾਰੀ ਲਾਰੀ ਵਿੱਚ ਕਿਸੇ ਬੰਦੇ ਦੇ ਆਖਣ ਉੱਤੇ ਉਹਦੇ ਨਾਲ ਸਾਹੀਵਾਲ ਮੁਸ਼ਾਇਰਾ ਪੜ੍ਹਨ ਟੁਰ ਗਏ। ਨਕਾਰਾ ਗੁਰਦਿਆਂ ਕਾਰਨ ਜਰੇ ਪਿਸ਼ਾਬ ਦੀ ਤਕਲੀਫ, ਜ਼ੁਬਾਨ ਬੋਲਣ ਤੋਂ ਡਰਦੀ, ਇੱਕ ਸ਼ਬਦ ਉੱਤੇ ਗੋਤਾ ਖਾਂਦੀ ਵਲੀ ਜਾਂਦੀ ਸੀ। ਪਰ ਸੱਜਣ ਦੀ ਰੀਝ ਨਾ ਮੋੜੀ। ਮੁਸ਼ਾਇਰਾ ਪੜ੍ਹਿਆ। ਜ਼ੁਬਾਨ ਸਾਥ ਹੀ ਨਹੀਂ ਸੀ ਦਿੰਦੀ। ਸ਼ੇਅਰ ਕੀ ਪੜ੍ਹਨਾ ਸੀ। ਉਸੇ ਜਜ਼ਬੇ, ਹਿੰਮਤ ਤੇ ਲਲਕਾਰ ਨਾਲ ਮੂੰਹ ਖੋਲ੍ਹਿਆ। ਹਾਏ, ਮੇਰੇ ਉਸਤਾਦ ਜੀ ਦੀ ਜ਼ੁਬਾਨ ਨਾ ਬੋਲੀ, ਪਰ ਅੱਖਾਂ ਬੋਲ ਪਈਆਂ ਸਨ। ਅੱਥਰੂ ਸ਼ੇਰਾਂ ਨਾਲੋਂ ਵੀ ਜੋਸ਼ ਨਾਲ ਵਗ ਟੁਰੇ ਸਨ। ਅਗਲੇ ਦਿਨ ਅਖਬਾਰਾਂ ਵਿੱਚ ਖਬਰ ਸੀ, ਸਟੇਜ ਦਾ ਸਿਕੰਦਰ ਸ਼ਾਇਰ ਸਾਹੀਵਾਲ ਵਿੱਚ ਹੂਟ ਹੋ ਗਿਆ। ਹੁਜਰੇ ਵਾਪਸ ਆਏ ਤਾਂ ਬਹੁਤ ਬੁਝੇ ਹੋਏ ਸਨ। ਅੱਥਰੂ ਹਜੇ ਵੀ ਨਹੀਂ ਸਨ ਸੁੱਕੇ। ਜਰੇ ਮਗਰੋਂ ਸਿਮ ਪੈਂਦੇ ਸਨ। ਕੁਝ ਹੀ ਦਿਨਾਂ ਮਗਰੋਂ ਉਰਦੂ ਦੇ ਮਸ਼ਹੂਰ ਸ਼ਾਇਰ, ਲੈਨਿਨ ਇਨਾਮ ਯਾਫਤਾ ਜਨਾਬ ਫੈਜ਼ ਅਹਿਮਦ ਫੈਜ਼ ਸਾਹਿਬ, ਜਿਹੜੇ ਕਾਫੀ ਵੇਲਾ ਮੁਲਕੋਂ ਬਾਹਰ ਰਹੇ ਸਨ, ਹੁਜਰੇ ਵਿੱਚ ਦਰਵੇਸ਼ ਨੂੰ ਮਿਲਣ ਆਏ। ਹੁਜਰੇ ਦਾ ਮਾੜਾ ਤੇ ਸਿਹਤ ਦਾ ਵੈਰੀ ਮਾਹੌਲ ਵੇਖ ਕੇ ਤੜਫ ਗਏ। ਉੱਤੋਂ ਦਰਵੇਸ਼ ਨੂੰ ਬਿਮਾਰੀ ਵਿੱਚ ਫਸਿਆ ਵੇਖ ਕੇ ਬਹੁਤ ਹੀ ਦੁਖੀ ਹੋਏ। ਦਰਵੇਸ਼ ਨੂੰ ਤਸੱਲੀ ਦੇ ਕੇ ਚਲੇ ਗਏ। ਜਾ ਕੇ ਝੱਟ ਉਹਨਾਂ ਇੱਕ ਕਮੇਟੀ ਦਾ ਐਲਾਨ ਕਰ ਦਿੱਤਾ, ਜਿਹੜੀ ਹੁਜਰੇ ਵਾਲੇ ਦਰਵੇਸ਼ ਲਈ ਇੱਕ ਸਿਹਤਮੰਦ ਮਾਹੌਲ ਵਿੱਚ ਘਰ ਦੀ ਭਾਲ ਕਰੇਗੀ ਤਾਂ ਜੋ ਦਰਵੇਸ਼ ਨੂੰ ਛੇਤੀ ਤੋਂ ਛੇਤੀ ਇੱਥੋਂ ਕੱਢ ਲਿਆ ਜਾਵੇ। ਉਹਨਾਂ ਦੇ ਖਿਆਲ ਵਿੱਚ ਹੁਜਰੇ ਦੇ ਮਾੜੇ ਤੇ ਗੈਰ ਸਿਹਤਮੰਦ ਮਾਹੌਲ ਵਿੱਚ ਦਰਵੇਸ਼ ਜ਼ਿਆਦਾ ਦੇਰ ਤੀਕਰ ਜਿੰਦਾ ਨਹੀਂ ਰਹਿ ਸਕਦਾ। ਇਸ ਕਮੇਟੀ ਦਾ ਅਖਬਾਰਾਂ ਵਿੱਚ ਬਹੁਤ ਚਰਚਾ ਹੋਇਆ। ਖਬਰਾਂ ਸੁਣ ਕੇ ਮੇਰਾ ਦਿਲ ਬਹੁਤ ਰਾਜ਼ੀ ਹੋਇਆ ਕਿ ਚਲੋ ਪਿਛਲੀ ਉਮਰੇ ਹੀ ਸਹੀ, ਮੇਰੇ ਉਸਤਾਦ ਨੂੰ ਕੋਈ ਚੱਜ ਦਾ ਘਰ ਲੱਭ ਜਾਸੀ। ਹੋ ਸਕਦਾ ਏ ਚੰਗੇ ਮਾਹੌਲ ਵਿੱਚ ਜਾ ਕੇ ਤਬੀਅਤ ਸੰਭਲ ਜਾਵੇ, ਉਸਤਾਦ ਜੀ ਫੇਰ ਚਮਕਣ ਲੱਗ ਪੈਣ, ਉਂਝ ਹੀ ਮਹਿਫਲਾਂ ਸੱਜ ਜਾਵਣ, ਇਲਮੋ ਅਦਬ ਤੇ ਅਦਲੋ ਦਾਨਸ਼ ਦੀਆਂ ਗੱਲਾਂ, ਬਹਿਸਾਂ ਤੇ ਮੁਹੱਬਤਾਂ ਖਿਲਰਨ ਲੱਗ ਪੈਣ। ਸੱਚੀ ਇਸ ਖਬਰ ਨਾਲ ਬਹੁਤ ਖੁਸ਼ੀ ਹੋਈ ਸੀ ਮੈਨੂੰ। ਮੈਂ ਜਦ ਇਸ ਖਬਰ ਦਾ ਜ਼ਿਕਰ ਹੁਜਰੇ ਵਿੱਚ ਕੀਤਾ ਤਾਂ ਦਰਵੇਸ਼ ਆਖਿਆ, ਸ਼ੇਖੂਪੁਰੀਆ, ਰਵਾਂਗਾ ਮੈਂ ਇੱਥੇ ਹੀ, ਜ਼ਰਾ ਇਹਨਾਂ ਨੂੰ ਘਰ ਲੱਭ ਲੈਣ ਦੇ, ਫਿਰ ਪੁੱਛਾਂਗਾ ਕਿ ਸਹੁਰਿਓ, ਹੁਣ ਖਿਆਲ ਆਇਆ ਏ ਤੁਹਾਨੂੰ ਮੇਰੀ ਸਿਹਤ ਦਾ, ਜਦ ਮੈਂ ਆਪ ਹੀ ਜਾਵਣ ਵਾਲਾ ਹਾਂ। ਇਸ ਗੱਲ ਮਗਰੋਂ ਉਹ ਉਦਾਸ ਹੋ ਗਏ ਸਨ। ਇੱਕ ਵਾਰ ਫਿਰ ਮੈਨੂੰ ਉਹ ਮਹਿਫਲਾਂ ਯਾਦ ਆਈਆਂ ਜਿੱਥੇ ਖਾਵਣ ਤੇ ਪੀਵਣ ਨੂੰ ਵੀ ਲੱਭਦਾ ਸੀ, ਇਲਮ ਅਦਬ ਤੇ ਦਾਨਸ਼ ਵੀ ਲੱਭਦੀ ਸੀ, ਹਾਸੇ ਮਖੌਲ ਤੇ ਚੁਟਕਲੇ ਤੇ ਮੌਜੂ ਵੀ ਮਿਲਦੇ ਸਨ। ਹਰ ਕਿਸਮ ਦੇ ਖਿਆਲਾਂ ਵਾਲੇ ਤੇ ਮੁਖਤਲਿਫ ਪੇਸ਼ਿਆਂ ਵਾਲੇ ਮਾਸੂਮ ਲੋਕ, ਚਲਾਕ ਤੇ ਠੱਗ ਕਿਸਮ ਦੇ ਵਪਾਰੀ ਵੀ। ਵਪਾਰੀਆਂ ਦੀਆਂ ਨੀਤਾਂ ਸਮਝਣ ਲਈ ਮੱਤ ਤੇ ਅਕਲ ਵੀ ਲੱਭਦੀ ਸੀ। ਬੜੀਆਂ ਗੱਲਾਂ ਤੇ ਬੜੇ ਸਰੂਰ ਮੈਨੂੰ ਚੇਤੇ ਆਏ। ਇੱਕ ਵਾਰ ਮਹਿਫਲ ਲੱਗੀ ਹੋਈ ਸੀ। ਯਾਰ ਸੱਜਣ ਖਾ ਪੀ ਰਹੇ ਸਨ। ਔਰਤ ਬਾਰੇ ਗੱਲ ਟੁਰੀ ਹੋਈ ਸੀ। ਉਸਤਾਦ ਜੀ ਕਹਿ ਰਹੇ ਸਨ, ਇਸ ਕਾਇਨਾਤ ਵਿੱਚ ਕੋਈ ਖੂਬਸੂਰਤ ਚੀਜ਼ ਹੈ ਤਾਂ ਉਹ ਔਰਤ ਏ।
ਔਰਤ ਤੋਂ ਵੱਧ ਕੋਈ ਹੋਰ ਸ਼ੈ ਹਸੀਨ ਨਹੀਂ। ਜਿਨ੍ਹਾਂ ਵੀ ਇਸ ਹਸੀਨ ਸ਼ੈ ਦੀ ਬੇਕਦਰੀ ਕੀਤੀ ਏ ਜਾਂ ਇਹਤਰਾਮ ਨਹੀਂ ਕੀਤਾ, ਉਹਨਾਂ ਨੂੰ ਹੀ ਸੁੱਖ ਨਸੀਬ ਨਹੀਂ ਹੋਇਆ। ਇਹ ਸਾਧੂ ਸੰਤਾਂ ਤੇ ਫਕੀਰ ਔਰਤ ਦੇ ਹੀ ਤਤਕਾਰੇ ਹੋਏ ਨੇ। ਮਤਲਬ ਇਹ ਕਿ ਉਹਨਾਂ ਨੂੰ ਔਰਤ ਦੀ ਨਾਕਦਰੀ ਤੇ ਬੇਹੁਰਮਤੀ ਕਰਨ ਵਜੋਂ ਫਿਟਕਾਰ ਪਈ ਹੋਈ ਏ। ਆਪਣੇ ਇਸ ਆਖੇ ਨੂੰ ਮਜ਼ਬੂਤ ਕਰਨ ਵਾਸਤੇ ਉਸਤਾਦ ਜੀ ਕਈ ਆਲਮਾਂ ਤੇ ਮੁਫੱਕਰਾਂ ਦੇ ਕੌਲ ਵੀ ਸੁਣਾਏ, ਸ਼ਾਇਰਾਂ ਦੇ ਸ਼ੇਰ ਸੁਣਾਏ, ਜਿਹੜੇ ਇਹ ਸਾਬਤ ਕਰਦੇ ਸਨ ਕਿ ਕੁਦਰਤ ਦੇ ਕਾਰਖਾਨੇ ਵਿੱਚੋਂ ਔਰਤ ਕਾਇਨਾਤ ਵਿੱਚ ਹਸੀਨ ਤੋਹਫਾ ਏ, ਸਗੋਂ ਸਭ ਤੋਂ ਹਸੀਨ। ਪਰ ਜਦ ਵੀ ਪੰਜਾਬ ਦੀ ਸੁਆਣੀ ਦਾ ਜ਼ਿਕਰ ਹੁੰਦਾ ਤਾਂ ਬਹੁਤ ਦੁੱਖ ਨਾਲ ਆਖਦੇ, ਇੱਥੋਂ ਦੀ ਸੁਆਣੀ ਬਹੁਤ ਮਜ਼ਲੂਮ ਏ। ਸਾਰੇ ਜੱਗ ਵਿੱਚ ਸੁਆਣੀਆਂ ਦਾ ਹਾਲ ਜ਼ਿਆਦਾ ਚੰਗਾ ਨਹੀਂ, ਪਰ ਪੰਜਾਬ ਦੀ ਸੁਆਣੀ ਤਾਂ ਬਹੁਤ ਜ਼ਿਆਦਾ ਜਕੜੀ ਹੋਈ ਏ। ਕਿਸੇ ਦੀ ਘਰ ਵਾਲੀ ਏ, ਇਹਦਾ ਆਪਣਾ ਕੋਈ ਘਰ ਨਹੀਂ। ਕਿਸੇ ਦੇ ਪੈਰਾਂ ਦੀ ਜੁੱਤੀ ਏ, ਪਰ ਆਪਣੇ ਪੈਰ ਹੀ ਕੋਈ ਨਹੀਂ। ਇੱਥੋਂ ਦਾ ਮਰਦ ਹੀ ਇਹਦਾ ਖੁਦਾ ਏ, ਇੱਥੋਂ ਦੀ ਔਰਤ ਦਾ ਪੱਕਾ ਪੀਡਾ ਖੁਦਾਈ ਕੋਈ ਨਹੀਂ। ਕੀ ਖਬਰ ਕਿਹੜੇ ਵੇਲੇ ਮਜ਼ਾਜੀ ਖੁਦਾ ਆਪਣੀ ਖੁਦਾਈ ਵਿੱਚੋਂ ਕੱਢ ਦੇਵੇ। ਫੇਰ ਗੱਲ ਹੁੰਦੀ ਹੁੰਦੀ ਭਾ ਉੱਤੇ ਆ ਜਾਂਦੀ। ਭਾ ਹੁਜਰੇ ਦਾ ਮੈਂਬਰ ਸੀ, ਉਹਦਾ ਜੁੱਤੀਆਂ ਦਾ ਕਾਰਖਾਨਾ ਸੀ। ਭਾ ਮਾਲਦਾਰ ਤਾਂ ਹੈ ਸੀ, ਪਰ ਬੇਇਲਮ ਸੀ। ਅਸਾਂ ਸਾਰੇ ਹੁਜਰੇ ਦੇ ਮੈਂਬਰ ਭਾ ਹੀ ਆਖਦੇ ਸਾਂ। 50 ਕੁ ਸਾਲ ਦੇ ਭਾ ਦੂਜੀ ਸ਼ਾਦੀ ਕਰ ਲਈ। ਇੱਕ ਦਿਨ ਇੱਥੇ ਬੈਠਿਆਂ ਹੁਜਰੇ ਵਾਲੇ ਅਚਨਚੇਤ ਸਵਾਲ ਕਰ ਦਿੱਤਾ, ਭਾ ਜੀ ਕੀ ਕਾਰਨ ਏ ਦੂਸਰੀ ਸ਼ਾਦੀ ਦਾ, ਜਦ ਕਿ ਤੁਸਾਂ ਦੀ ਪਹਿਲੀ ਵਹੁਟੀ ਵੀ ਹਯਾਤ ਏ ਤੇ ਤੁਸਾਂ ਦੇ ਕੋਲ ਏ। ਭਾ ਮੁਖਤਸਰ ਜਵਾਬ ਦਿੱਤਾ, ਉਸਤਾਦ ਜੀ ਪਹਿਲੀ ਬੀਵੀ ਨਾਲ ਬਣ ਨਹੀਂ ਆਈ। ਦੂਜਾ ਸਵਾਲ ਹੋਇਆ, ਪਹਿਲੀ ਬੀਵੀ ਵਿੱਚੋਂ ਬਾਲ ਕਿੰਨੇ ਹੋਏ ਨੇ? ਫਿਰ ਮੁਖਤਸਰ ਜਵਾਬ, 8 ਬਾਲ ਨੇ ਜੀ ਪਹਿਲੀ ਬੀਵੀ ਵਿੱਚੋਂ। ਤੀਜਾ ਸਵਾਲ ਹੋਇਆ, ਭਾ ਜੀ ਜੇ ਬਣ ਆ ਜਾਂਦੀ ਤਾਂ? ਮਹਿਫਲ ਵਿੱਚ ਬਹੁਤ ਹਾਸਾ ਖਿਲਰਿਆ। ਭਾ 25 ਤਾਂ ਹੋਇਆ ਪਰ ਹੱਸਦਾ ਰਿਹਾ। ਇਹੋ ਜਿਹੀਆਂ ਕਈ ਗੱਲਾਂ ਤੇ ਹਾਸੇ ਹੁੰਦੇ ਰਹਿੰਦੇ ਸਨ ਹੁਜਰੇ ਵਿੱਚ। ਮੈਨੂੰ ਸਭ ਕੁਝ ਯਾਦ ਆ ਰਿਹਾ ਸੀ। ਕੁਝ ਅਰਸੇ ਮਗਰੋਂ ਇਸੇ ਭਾ ਬਾਰੇ ਫਿਰ ਚੁਟਕਲਾ ਬਣ ਗਿਆ। ਭਾ ਦੇ ਕਾਫੀ ਬਾਲ ਸਨ, 2 ਟੱਬਰਾਂ ਦੀ ਔਲਾਦ ਸੀ। ਨਵੇਂ ਜੰਮੇ ਬਾਲ ਲਈ ਨਾਂ ਲੱਭਣਾ ਔਖਾ ਹੋ ਜਾਂਦਾ ਸੀ। ਇੱਕ ਵਾਰੀ ਇੱਕ ਬਾਲ ਦਾ ਨਾਂ ਲੱਭਣ ਲਈ ਹੁਜਰੇ ਵਿੱਚ ਫਰਮਾਇਸ਼ ਆਈ ਕਿ ਭਾ ਦੇ ਘਰ ਅੱਲਾ ਪੁੱਤਰ ਦਿੱਤਾ ਏ, ਕੋਈ ਸੋਹਣਾ ਜਿਹਾ ਨਾਂ ਦੱਸੋ, ਬੱਚੇ ਦਾ ਕੀ ਨਾਂ ਰੱਖੀਏ। ਨਵਾਂ ਨਾਂ ਲੱਭਣ ਲਈ ਪਹਿਲੇ ਬਾਲਾਂ ਦਾ ਨਾਂ ਮਾਲੂਮ ਹੋਣਾ ਜ਼ਰੂਰੀ ਸੀ। ਪਹਿਲੇ ਬਾਲਾਂ ਦੇ ਨਾਂ ਨਾਲ ਹੀ ਤਾਨ ਹੁਸੈਨ ਉੱਤੇ ਆਮਦੀ ਸੀ, ਜਿਵੇਂ ਸਰਫਰਾਜ਼ ਹੁਸੈਨ, ਇੰਤਜ਼ਾਰ ਹੁਸੈਨ, ਕੁਰਬਾਨ ਹੁਸੈਨ, ਸੱਜਾਦ ਹੁਸੈਨ ਵਗੈਰਾ। ਨਵੇਂ ਬਾਲ ਦੇ ਨਾਂ ਉੱਤੇ ਤਜਵੀਜ਼ ਹੋਇਆ ਕਿ ਬਸ ਕਰ ਹੁਸੈਨ ਰੱਖਿਆ ਜਾਵੇ। ਫਿਰ ਭਾ 25 ਹੋਇਆ, ਪਰ ਮਹਿਫਲ ਵਿੱਚ ਹਾਸਾ ਖਿਲਰ ਗਿਆ ਤੇ ਕਿੰਨੇ ਹੀ ਦਿਨ ਤੀਕਰ ਬਸ ਕਰ ਹੁਸੈਨ ਮੌਜੂ ਬਣਿਆ ਰਿਹਾ। ਇੱਕ ਵਾਰ ਟਾਂਗੇ ਉੱਤੇ ਬੈਠੇ ਤਾਂ ਕੋਚਵਾਨ ਨੂੰ ਆਖਿਆ, ਇੱਧਰੋਂ ਚੱਲ। ਉਸ ਪਾਸੇ 91 ਸੀ। ਕੋਚਵਾਨ ਇਹੀ ਆਖਿਆ, ਪਰ ਉਸਤਾਦ ਜੀ ਕਹਿੰਦੇ ਇੱਧਰ ਚੱਲ। ਕੋਚਵਾਨ ਫੇਰ ਆਖਿਆ, ਪਹਿਲਵਾਨ ਸਾਹਮਣੇ ਸਿਪਾਹੀ ਖਲੋਤਾ ਏ, ਉਸ ਜਾਵਣ ਨਹੀਂ ਦੇਣਾ। ਤੂੰ ਜਾ ਕੇ ਸਿਪਾਹੀ ਨੂੰ ਆਖ ਦੇ ਕਿ ਟਾਂਗੇ ਉੱਤੇ ਭੋਲੂ ਪਹਿਲਵਾਨ ਦਾ ਪਿਓ ਬੈਠਾ ਹੋਇਆ ਏ। ਕੋਚਵਾਨ ਜਾ ਕੇ ਇੰਝ ਹੀ ਆਖਿਆ, ਪਰ ਸਿਪਾਹੀ ਭੋਲੂ ਪਹਿਲਵਾਨ ਦੇ ਪਿਓ ਨੂੰ ਵੇਖਿਆ ਹੋਇਆ ਸੀ, ਇਸ ਲਈ ਉਹਨੇ ਆਖਿਆ ਇਹ ਭੋਲੂ ਪਹਿਲਵਾਨ ਦਾ ਪਿਓ ਨਹੀਂ। ਕੋਚਵਾਨ ਆ ਕੇ ਸਿਪਾਹੀ ਦੀ ਗੱਲ ਸੁਣਾਈ। ਜਵਾਬ ਵਿੱਚ ਹੱਸਦਿਆਂ ਹੋਇਆਂ ਆਖਿਆ, ਬੇਵਕੂਫੇ ਤੇਰਾ ਸਿਪਾਹੀ, ਉਹਨੂੰ ਕੀ ਪਤਾ ਹੋਵੇ ਕਿ ਪਹਿਲਵਾਨ ਇੱਕ ਪਿਓ ਨਾਲ ਥੋੜਾ ਬਣਦਾ ਏ। ਵਾਹ, ਹਾਸੇ ਹਾਸੇ ਵਿੱਚ ਕਿੰਨੀ ਵੱਡੀ ਸੱਚਾਈ ਸੀ। ਕਿੰਨੇ ਭੁਲੇਖੇ ਤੇ ਭੁਲੇਖਿਆਂ ਵਿੱਚ ਹਾਸੇ ਸਨ। ਉਸਤਾਦ ਜੀ ਦੱਸਦੇ ਨੇ ਕਿ ਇੱਕ ਵਾਰ ਟਕਸਾਲੀ ਦਰਵਾਜ਼ੇ ਦੇ ਬਾਹਰ ਇੱਕ ਹੱਟੀ ਤੇ ਕੋਕਾ ਕੋਲਾ ਪੀ ਰਹੇ ਸਨ। ਕਿਧਰੋਂ ਬਾਹਰੋਂ ਆਏ ਸਨ। ਹੁਜਰੇ ਵਿੱਚ ਦਾਖਲ ਹੋਵਣ ਤੋਂ ਪਹਿਲੇ ਤਰੇ ਬੁਝਾਉਣ ਲਈ ਬੋਤਲ ਪੀਵਣ ਲੱਗ ਪਏ ਸਨ। ਕੋਲ ਹੀ ਪਰਾਲੀ ਲੱਦੀ ਇੱਕ ਗੱਡ ਖਲੋਤੀ ਹੋਈ ਸੀ। 1-2 ਮੰਜੋਲੇ ਪਰਾਲ ਦੇ ਡਿੱਗ ਪਏ ਸਨ। ਗਾਡੀ ਪਿੱਛੇ ਮੰਜੋਲੇ ਚੁੱਕਣ ਗਿਆ ਹੋਇਆ ਸੀ। ਗੱਡ ਦੇ ਖਲੋਵਣ ਨਾਲ ਬਾਜ਼ਾਰ ਬੰਦ ਹੋਇਆ ਹੋਇਆ ਸੀ। ਸਾਹਮਣੇ ਖਲੋਤੇ ਸਾਰਜੰਟ ਵੇਖਿਆ, ਸੋਚਿਆ ਨਾ ਪੁੱਛਿਆ। ਆਉਂਦਿਆਂ ਹੀ ਦਰਵੇਸ਼ ਨੂੰ ਸੋਟੀਆਂ ਕੱਢ ਮਾਰੀਆਂ ਤੇ ਗਾਲ ਦੇ ਕੇ ਆਖਿਆ, ਆ ਜਾਂਦੇ ਨੇ ਪਿੰਡੋਂ ਤੇਰੇ ਹੱਕਲ, ਓਏ ਕਦੀ ਬੋਤਲ ਵੇਖੀ ਨਹੀਂ ਓ। ਚੱਲ ਟੋਰ ਗੱਡ ਅੱਗੇ, ਸਾਰੀ ਸੜਕ ਬੰਦ ਕੀਤੀ ਹੋਈ ਊ। ਪਰ ਦਰਵੇਸ਼ ਸਿਰਫ ਹੱਸੀ ਜਾ ਰਿਹਾ ਸੀ। ਗੁਲਾਬੀ ਸਿਆਲ ਦੇ ਦਿਨ ਸਨ, ਕੰਬਲ ਦੀ ਬੁੱਕਲ ਸੀ। ਮੋਏ ਮੁੱਕੇ ਤੇ ਲਿੱਸੇ ਸਾਰਜੰਟ ਦੀ ਮਾਰ ਨਾਲ ਭਲਾ ਕਿਹੜੀ ਪੀੜ ਹੋਣੀ ਸੀ। ਝੱਟ ਸ਼ੁਗਲ ਬਣਿਆ ਰਿਹਾ। ਦਰਵੇਸ਼ ਇੱਕ ਬੋਤਲ ਸਾਰਜੰਟ ਨੂੰ ਵੀ ਪਿਵਾਈ ਤੇ ਆਖਿਆ, ਮਾਈ ਬਾਪ ਮੁਆਫੀ ਦੇ ਦੇਵੋ, ਹੋ ਸਕਦਾ ਏ ਕੁਝ ਚਿਰ ਹੋਰ ਸ਼ੁਗਲ ਲੱਗਦਾ। ਪਰ ਗਾਡੀ ਮੰਜੋਲੇ ਲੈ ਕੇ ਆ ਗਿਆ, ਆਪਣੀ ਗੱਡ ਲੈ ਕੇ ਚਲਾ ਗਿਆ। ਜਦ ਸਾਰਜੰਟ ਨੂੰ ਆਪਣੀ ਗਲਤੀ ਦਾ ਪਤਾ ਲੱਗਾ ਤੇ ਹੁਜਰੇ ਵਾਲੇ ਦਰਵੇਸ਼ ਬਾਰੇ ਲੋਕਾਂ ਦੱਸਿਆ
ਤਾਂ ਸਾਰਜੰਟ ਬਹੁਤ ਪੱਚੀ ਹੋਇਆ, ਮੁਆਫ਼ੀ ਮੰਗੀ, ਪਰ ਦਰਵੇਸ਼ ਉਲਟੀ ਸ਼ਾਬਾਸ਼ ਦੇ ਕੇ ਆਖਿਆ, ਕੋਈ ਨਹੀਂ, ਤੂੰ ਵੀ ਮੇਰੇ ਵਰਗਾ ਤਰਿਹੱਕਲ ਏ, ਬੋਤਲ ਤੇ ਤੂੰ ਵੀ ਪੀਤੀ ਏ। ਇੱਕ ਵਾਰ ਫੇਰ ਸਾਰਜੰਟ ਪੱਚੀ ਹੋਇਆ ਸੀ। ਆਪਣੇ ਉਸਤਾਦ ਬਾਰੇ ਗੱਲਾਂ ਕਰਦਿਆਂ ਹੋਇਆਂ ਆਖਿਆ ਕਰਦੇ ਸਨ, ਮੇਰਾ ਉਸਤਾਦ ਹਮਦਮ ਹੁੱਕਾ ਬਹੁਤ ਪੀਂਦਾ ਸੀ। ਮੈਂ ਆਪਣੇ ਉਸਤਾਦ ਲਈ ਇੱਥੇ ਹੁਜਰੇ ਵਿੱਚ ਹੁੱਕਾ ਵੀ ਰੱਖਿਆ ਹੋਇਆ ਸੀ। ਉਹ ਜਦ ਵੀ ਆਏ ਮੈਂ ਉਹਨਾਂ ਲਈ ਹੁੱਕਾ ਜ਼ਰੂਰ ਭਰਦਾ ਸਾਂ। ਇਸੇ ਲਈ ਮੇਰਾ ਫੁੱਫੜ, ਜਿਹੜਾ ਬੜਾ ਹੀ ਕਮੀਨਾ ਬੰਦਾ ਸੀ, ਮੈਨੂੰ ਤਾਨਾ ਮਾਰਿਆ ਕਰਦਾ ਸੀ ਕਿ ਤੂੰ ਸ਼ਾਇਰਾਂ ਦੇ ਹੁੱਕੇ ਭਰਨ ਵਿੱਚ ਹੀ ਰਹਿਣਾ ਏ, ਆਪ ਤੂੰ ਕੋਈ ਸ਼ੇਅਰ ਨਹੀਂ ਕਹਿਣ ਜੋਗਾ। ਫੁੱਫੜ ਵੀ ਮੇਰੇ ਦਾਦੇ ਵਾਂਗ ਮੇਰੇ ਨਾਲ ਨਫ਼ਰਤ ਕਰਦਾ ਸੀ। ਭੈੜੀਆਂ ਤੇ ਚੁਭਵੀਆਂ ਗੱਲਾਂ ਨਾਲ ਮੇਰਾ ਸੀਨਾ ਸਾੜਿਆ ਕਰਦਾ ਸੀ, ਪਰ ਮੈਂ ਆਪਣੇ ਉਸਤਾਦ ਦੀ ਖਿਦਮਤ ਕਰਦਾ ਖੁਸ਼ ਰਹਿੰਦਾ ਸਾਂ। ਉਸਤਾਦ ਹਮਦਮ ਇੱਕ ਪੰਜਾਬੀ ਦੀ ਲੁਗਤ ਡਿਕਸ਼ਨਰੀ ਵੀ ਲਿਖ ਰਹੇ ਸਨ। ਚੰਗਾ ਕਾਗਜ਼ ਖਰੀਦਣ ਲਈ ਸਾਡੇ ਕੋਲ ਪੈਸਾ ਹੁੰਦਾ ਕੋਈ ਨਹੀਂ ਸੀ, ਇਸੇ ਲਈ ਰੱਦੀ ਉੱਤੇ ਹੀ ਪੰਜਾਬੀ ਦੀ ਅਜ਼ੀਮ ਲੁਗਤ ਲਿਖੀ ਜਾ ਰਹੀ ਸੀ। ਹੱਸਦਿਆਂ ਹੋਇਆਂ ਉਹਨਾਂ ਲੁਗਤ ਦਾ ਮੁਹਾਂਦਰਾ ਇੰਝ ਦੱਸਿਆ ਕਿ ਉਸਤਾਦ ਹਮਦਮ ਦੇ ਖਿਆਲ ਵਿੱਚ ਦੁਨੀਆ ਦੀ ਹਰ ਜ਼ਬਾਨ ਪੰਜਾਬੀ ਵਿੱਚੋਂ ਨਿਕਲੀ ਏ। ਮਿਸਾਲ ਦੇ ਤੌਰ 'ਤੇ ਅੰਗਰੇਜ਼ੀ ਦਾ ਲਫ਼ਜ਼ ਵਾਟਰ ਹੀ ਲਓ, ਜਿਸ ਦਾ ਅਰਥ ਪਾਣੀ ਏ। ਇਹ ਪੰਜਾਬੀ ਦੇ ਲਫ਼ਜ਼ ਵੱਟ ਵਿੱਚੋਂ ਨਿਕਲਿਆ ਏ। ਵੱਟ ਲੱਗੇ ਤਾਂ ਮੁੜਕਾ ਚੋਂਦਾ ਏ, ਮੁੜਕਾ ਪਾਣੀ ਹੁੰਦਾ ਏ। ਇੰਝ ਹੀ ਕਈ ਹੋਰ ਮਿਸਾਲਾਂ ਉਹਨਾਂ ਦੱਸੀਆਂ ਤੇ ਹਾਸਾ ਖਿੱਲਰਦਾ ਰਿਹਾ। ਉਹਨਾਂ ਫੇਰ ਆਖਿਆ, ਸ਼ੇਖੂਪੁਰੀਆ, ਅੱਗੇ ਸੁਣ। ਜਦ ਕਦੇ ਹੁੱਕੇ ਦੀ ਅੱਗ ਵਾਸਤੇ ਕੋਈ ਸ਼ੈ ਨਾ ਮਿਲਦੀ ਤਾਂ ਉਸਤਾਦ ਹਮਦਮ ਇਹੀ ਰੱਦੀ, ਜਿਹਦੇ ਉੱਤੇ ਪੰਜਾਬੀ ਲੁਗਤ ਲਿਖੀ ਜਾ ਰਹੀ ਸੀ, ਬਾਲ ਕੇ ਚਿਲਮ ਭਖਾ ਲੈਂਦੇ ਸਨ ਤੇ ਪੰਜਾਬੀ ਦੀ ਲੁਗਤ ਫੇਰ ਮੁੱਢੋਂ ਸ਼ੁਰੂ ਕਰਨ ਲਈ ਰੱਦੀ ਇਕੱਠੀ ਕਰਨ ਲੱਗ ਪੈਂਦੇ ਸਨ। ਆਪਣੇ ਪੜ੍ਹਨ ਬਾਰੇ ਦੱਸਦੇ, ਮੇਰੇ ਕੋਲ ਵੀ ਕੋਈ ਪੈਸਾ ਨਹੀਂ ਸੀ ਹੁੰਦਾ। ਮੈਂ ਵੀ ਲਿਖਾਈ ਦੀ ਮਸ਼ਕ ਵਾਸਤੇ ਕੰਧਾਂ ਨਾਲੋਂ ਪੋਸਟਰ ਤੇ ਇਸ਼ਤਿਹਾਰ ਲਾ ਲੈਂਦਾ ਸਾਂ। ਉਹਨਾਂ ਪੋਸਟਰਾਂ ਦੇ ਕਾਗਜ਼ਾਂ ਉੱਤੇ ਲਿਖਾਈ ਕਰਦਾ ਰਹਿੰਦਾ ਸਾਂ। ਪੋਸਟਰ ਤੇ ਇਸ਼ਤਿਹਾਰ ਲਾਉਣ ਵਾਲੇ ਜਦ ਦੂਜੇ ਹੀ ਦਿਨ ਸਵੇਰ ਨੂੰ ਪੋਸਟਰ ਗਾਇਬ ਵੇਖਦੇ ਤੇ ਬਹੁਤ ਭਾਲ ਕਰਦੇ, ਸਾਰਾ ਦਿਨ ਖਿਆਲ ਰੱਖਦੇ, ਪਰ ਮੈਂ ਤਾਂ ਰਾਤ ਨੂੰ ਇਹ ਕੰਮ ਕਰਦਾ ਸਾਂ। ਜਦ ਕਦੇ ਦਿਨ ਨੂੰ ਲੋੜ ਪੈਂਦੀ ਤਾਂ ਵੀ ਫੁਰਤੀ ਨਾਲ ਮੈਂ ਆਪਣਾ ਕੰਮ ਕਰ ਲੈਂਦਾ ਸਾਂ। ਇੱਕ ਵਾਰ ਤਾਂ ਉਹਨਾਂ ਮੈਨੂੰ ਫੜ ਹੀ ਲਿਆ ਸੀ, ਮਾਰਿਆ ਕੁੱਟਿਆ ਵੀ, ਪਰ ਕੀ ਕਰਦਾ, ਪੜ੍ਹਾਈ ਵੀ ਜ਼ਰੂਰੀ ਸੀ, ਆਪਣੇ ਦਾਦੇ ਨੂੰ ਪੜ੍ਹ ਕੇ ਵਿਖਾਉਣਾ ਸੀ, ਇਸ ਲਈ ਜਦ ਵੀ ਦਾ ਲੱਗਦਾ ਮੈਂ ਪੋਸਟਰ ਲਾ ਲੈਂਦਾ ਸਾਂ। ਸ਼ੇਖੂਪੁਰੀਆ, ਪੜ੍ਹਨ ਤੋਂ ਮੇਰਾ ਮਨ ਨਹੀਂ ਸੀ ਰੱਜਦਾ। ਬਥੇਰਾ ਪੜ੍ਹਿਆ ਏ, ਪਰ ਜਾਪਦਾ ਏ ਮੈਂ ਕੁਝ ਵੀ ਨਹੀਂ ਪੜ੍ਹਿਆ। ਉਹਨਾਂ ਦੇ ਪੜ੍ਹਨ ਵਾਲੇ ਸ਼ੌਂਕ ਨੂੰ ਵੇਖ ਕੇ ਤੇ ਬਾਕੀ ਦੀਆਂ ਭੀੜਾਂ ਬਾਰੇ ਸੁਣ ਕੇ ਮੇਰੇ ਮੂੰਹੋਂ ਨਿਕਲਿਆ, ਵਾਹ ਗੁਰੂ, ਜਿਹੋ ਜਿਹੇ ਹਾਲਾਤ ਵਿੱਚ ਤੁਸੀਂ ਪੜ੍ਹੇ ਹੋ ਤੇ ਦੁਨੀਆ ਜਹਾਨ ਦੇ ਚੰਗੇ ਤੇ ਮਸ਼ਹੂਰ ਅਦਬ ਬਾਰੇ ਜਾਣਕਾਰੀ ਰੱਖਦੇ ਹੋ, ਇਹ ਬਸ ਤੁਹਾਡੀ ਹੀ ਹਿੰਮਤ ਏ। ਕਈ ਜ਼ਬਾਨਾਂ ਵੀ ਸਿੱਖ ਲਈਆਂ, ਬੜੀ ਗੱਲ ਏ ਉਸਤਾਦ ਜੀ। ਨਹੀਂ ਸ਼ੇਖੂਪੁਰੀਆ, ਮੈਂ ਕੁਝ ਵੀ ਨਹੀਂ ਪੜ੍ਹ ਸਕਿਆ। ਇਸੇ ਗੱਲ ਦਾ ਹੀ ਤੇ ਦੁੱਖ ਏ ਮੈਨੂੰ। ਰੋਟੀ ਟੁੱਕਰ ਵਾਸਤੇ ਵੀ ਟੱਕਰਾਂ ਮਾਰਨੀਆਂ ਪੈਂਦੀਆਂ ਨੇ, ਨਹੀਂ ਤੇ ਮੈਂ ਇਸ ਹੁਜਰੇ ਦੇ ਅੰਦਰੋਂ ਕੁੰਡੀ ਲਾ ਲਵਾਂ ਤੇ ਬਸ ਪੜ੍ਹਦਾ ਹੀ ਰਵਾਂ। ਪਰ ਭੁੱਖ ਬਹੁਤ ਬੁਰੀ ਚੀਜ਼ ਏ। ਹਾਂ, ਭੁੱਖ ਵਾਕਈ ਬਹੁਤ ਬੁਰੀ ਚੀਜ਼ ਏ। ਭੁੱਖ ਦੇ ਤਾਂ ਮੈਨੂੰ ਵੀ ਹੱਥ ਲੱਗੇ ਹੋਏ ਨੇ। ਉਸਤਾਦ ਜੀ ਹੌਲੀ ਗੱਲਾਂ ਕਰ ਰਹੇ ਸਨ। ਜ਼ਬਾਨ ਸਾਥ ਨਹੀਂ ਸੀ ਦੇ ਰਹੀ। ਇੱਕ ਲਫ਼ਜ਼ ਬੋਲਣ ਲਈ ਬੜੀ ਤਕਲੀਫ ਸਹਿਣੀ ਪੈ ਰਹੀ ਸੀ। ਮੈਂ ਉਹਨਾਂ ਦੀ ਹਾਲਤ ਵੇਖ ਕੇ ਅੰਦਰੋਂ ਅੰਦਰੀ ਰੋ ਰਿਹਾ ਸਾਂ ਤੇ ਮੇਰਾ ਉਸਤਾਦ ਆਪਣੇ ਵਰਗੇ ਕਰੋੜਾਂ ਇਨਸਾਨਾਂ ਦੀ ਆਜ਼ਾਦੀ ਤੇ ਖੁਸ਼ਹਾਲੀ ਲਈ ਹਰ ਆਮਰ ਨਾਲ ਲੜ ਰਿਹਾ ਸੀ। ਕੋਨੇ ਵਿੱਚ ਜਾ ਕੇ ਧਰਤੀ ਤੇ ਇਨਸਾਨੀ ਅਜ਼ਮਤ ਦੇ ਗੀਤ ਗਾਵਣ ਵਾਲਾ, ਕਿਸੇ ਲੋਭ ਲਾਲਚ ਵਿੱਚ ਨਾ ਆਵਣ ਵਾਲਾ ਤੇ ਕਿਸੇ ਧਮਕੀਆਂ ਤੋਂ ਨਾ ਡਰਨ ਵਾਲਾ, ਅੱਜ ਇੱਕ ਲਫ਼ਜ਼ ਲਈ ਦੁੱਖ ਵਿੱਚ ਏ, ਤਕਲੀਫ ਵਿੱਚ ਏ। ਇਸ ਸੋਚ ਪਾਰੋਂ ਮੇਰੀਆਂ ਅੱਖਾਂ ਕੁਝ ਬੁਝ ਗਈਆਂ ਸਨ। ਉਹਨਾਂ ਤਾੜ ਲਿਆ ਤੇ ਆਖਿਆ, ਸ਼ੇਖੂਪੁਰੀਆ, ਦਿਲ ਨਹੀਂ ਛੋਟਾ ਕਰੀਦਾ। ਨਹੀਂ ਜੀ, ਮੈਂ ਦਿਲ ਛੋਟਾ ਤਾਂ ਨਹੀਂ ਕਰ ਰਿਹਾ। ਫੇਰ ਕੀ ਗੱਲ ਏ, ਤੂੰ ਇੰਨਾ ਉਦਾਸ ਕਿਉਂ ਏ? ਮੈਂ ਸੋਚ ਰਿਹਾ ਸਾਂ, ਲੋਕ ਕਿੰਝ ਅੱਖਾਂ ਫੇਰ ਲੈਂਦੇ ਨੇ। ਕੀ ਮਤਲਬ ਏ ਸ਼ੇਖੂਪੁਰੀਆ, ਕਿੱਧਰ ਇਸ਼ਾਰਾ ਏ ਤੇਰਾ? ਜੀ, ਮੈਂ ਸੋਚ ਰਿਹਾ ਸਾਂ ਕਿ ਇੱਥੋਂ ਹੁਜਰੇ ਵਿੱਚੋਂ ਸਭ ਤੋਂ ਜ਼ਿਆਦਾ ਫਾਇਦਾ ਲੈਣ ਵਾਲਾ ਬੰਦਾ, ਜਿਹੜਾ ਤੁਹਾਤੋਂ ਸ਼ੇਅਰ ਸੁਣ ਕੇ ਲਿਖ ਕੇ ਲੈ ਜਾਂਦਾ ਏ, ਅੱਜ ਉਹੀ ਤੁਹਾਨੂੰ ਰੱਬ ਕੋਲੋਂ ਦੂਰੀ ਦਾ ਤਾਨਾ ਦੇਵਣ ਲੱਗ ਪਿਆ ਏ। ਕੀ ਤੇਰਾ ਇਸ਼ਾਰਾ ਉਸ ਵੱਲ ਏ? ਜੀ, ਮੇਰਾ ਖਿਆਲ ਉਸੇ ਸਾਹਿਬ ਵੱਲ ਹੀ ਗਿਆ ਸੀ। ਮੈਨੂੰ ਉਹਦੇ ਸੁਭਾਅ ਤੇ ਰਵੱਈਏ ਤੋਂ ਦੁੱਖ ਹੋਇਆ ਏ। ਮੈਂ ਉਹਨੂੰ ਕੁਝ ਹੋਰ ਸਮਝਦਾ ਸਾਂ, ਪਰ ਨਿਕਲਿਆ ਕੁਝ ਹੋਰ ਏ। ਮੈਂ ਜਜ਼ਬਾਤੀ ਹੋ ਕੇ ਬਹੁਤ ਕੁਝ ਕਹਿ ਰਿਹਾ ਸਾਂ। ਉਹਨਾਂ ਹੱਥ ਦੇ ਇਸ਼ਾਰੇ ਨਾਲ ਮੈਨੂੰ ਚੁੱਪ ਕਰਾ ਕੇ ਆਖਿਆ, ਸ਼ੇਖੂਪੁਰੀਆ, ਇਸੇ ਲਈ ਮੈਂ ਕਹਿਣਾ ਵਾਂ, ਤੁਸੀਂ ਜੋ ਮਰਜ਼ੀ ਕਰ ਲਵੋ, ਮਜ਼ਹਬੀ ਬੰਦਾ ਕਦੇ ਕਿਸੇ ਦਾ ਸੱਜਣ ਨਹੀਂ ਹੋ ਸਕਦਾ। ਇਹਦਾ ਕੀ ਕਾਰਨ ਏ ਗੁਰੂ?
ਮਜ਼ਹਬੀ ਬੰਦਾ ਨੇਕ ਅਖਵਾਉਂਦਾ ਏ। ਸਾਰੇ ਮਜ਼ਹਬ ਨੇਕੀ ਦੀ ਤਾਲੀਮ ਦਿੰਦੇ ਨੇ, ਫਿਰ ਮਜ਼ਹਬੀ ਬੰਦਾ ਨੇਕ ਕਿਉਂ ਨਹੀਂ ਹੋ ਸਕਦਾ? ਮੇਰੇ ਇਸ ਸਵਾਲ ਉੱਤੇ ਉਹਨਾਂ ਕੁਝ ਤਲਖੀ ਨਾਲ ਆਖਿਆ। ਓਏ ਕਿਹੜਾ ਮਜ਼ਹਬ ਨੇਕੀ ਦੀ ਤਾਲੀਮ ਦਿੰਦਾ ਏ? ਤੇਰੀ ਮੱਤ ਮਾਰੀ ਗਈ ਏ। ਮਜ਼ਹਬੀ ਤਾਂ ਬੰਦੇ ਨੂੰ ਭੈੜ ਕਰਨ ਦੀ ਇਜਾਜ਼ਤ ਦਿੰਦਾ ਏ। ਮਜ਼ਹਬੀ ਇਨਸਾਨਾਂ ਵਿੱਚ ਫੁੱਟ ਪਾਉਂਦਾ ਏ। ਤੈਨੂੰ ਅਜੇ ਤੀਕਰ ਸਮਝ ਹੀ ਨਹੀਂ ਆਈ? ਫਿਰ ਸ਼ੇਖੂਪੁਰੀਆ ਉੱਤੇ ਜ਼ੋਰ ਪਾ ਕੇ ਆਖਿਆ, ਮਜ਼ਹਬ ਹਰ ਤਖਲੀਕ ਦਾ ਦੁਸ਼ਮਣ ਏ। ਉਹਨਾਂ ਦੀ ਇਹ ਗੱਲ ਮੇਰੇ ਲਈ ਇੱਕ ਹੋਰ ਇਨਕਸਾਫ ਸੀ, ਇੱਕ ਨਵੀਂ ਗੱਲ ਸੀ ਕਿ ਮਜ਼ਹਬ ਬੰਦੇ ਨੂੰ ਭੈੜ ਕਰਨ ਦੀ ਇਜਾਜ਼ਤ ਦਿੰਦਾ ਏ। ਮੈਂ ਅਰਜ਼ ਕੀਤੀ, ਗੁਰੂ ਮੇਰੇ ਲਈ ਇਹ ਗੱਲ ਨਵੀਂ ਤੇ ਅਜੀਬ ਏ। ਤੁਹਾਡੀ ਤਬੀਅਤ ਸੰਭਲੀ ਤਾਂ ਮੈਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗਾ। ਹੁਣੇ ਹੀ ਸਮਝ ਲੈ, ਮੇਰੀ ਤਬੀਅਤ ਦਾ ਕੋਈ ਇਤਬਾਰ ਨਹੀਂ ਓ। ਮੈਨੂੰ ਰੱਬ ਕੋਲੋਂ ਦੂਰੀ ਦਾ ਤਾਨਾ ਦੇਵਣ ਵਾਲੇ ਆਪ ਰੱਬ ਕੋਲੋਂ ਦੂਰ ਨੇ। ਵੇਖੀ ਉਸ ਬੰਦੇ ਨੇ ਕਦੇ ਸੁਖੀ ਨਹੀਂ ਓ ਰਹਿਣਾ। ਪਰ ਗੁਰੂ, ਤੁਸਾਂ ਕਦੇ ਕਿਸੇ ਨੂੰ ਬਦਦੁਆ ਨਹੀਂ ਦਿੱਤੀ, ਅੱਜ ਕਿਉਂ? ਇਹ ਬਦਦੁਆ ਨਹੀਂ, ਮੇਰਾ ਤਜਜ਼ੀਆ ਵਿਸ਼ਲੇਸ਼ਣ ਏ। ਸਾਰੀ ਹਯਾਤੀ ਮੈਂ ਬੰਦੇ ਹੀ ਪੜ੍ਹਦਾ ਰਿਹਾ ਵਾਂ। ਮੇਰੇ ਖਿਆਲ ਵਿੱਚ ਉਹ ਲੋੜ ਤੋਂ ਜ਼ਿਆਦਾ ਚਲਾਕ ਬਣ ਕੇ ਵਿਖਾਉਂਦਾ ਏ। ਤੂੰ ਆਪੇ ਹੀ ਦੱਸ। ਇਹ ਬੰਦਾ ਮੇਰੇ ਕਲਾਮ ਮੈਥੋਂ ਸੁਣ ਕੇ ਲਿਖ ਲੈਂਦਾ ਸੀ, ਫਿਰ ਕੁਝ ਦਿਨਾਂ ਮਗਰੋਂ ਮੇਰਾ ਕਲਾਮ ਹੀ ਮੈਨੂੰ ਬੇਵਜ਼ਨਾ ਕਰਕੇ ਸੁਣਾ ਦਿੰਦਾ ਸੀ ਤੇ ਫਿਰ ਮੈਥੋਂ ਸ਼ਾਬਾਸ਼ ਵੀ ਲੈਂਦਾ ਸੀ। ਹੈ ਨਾ ਵੱਧ ਚਲਾਕੀ ਵਾਲੀ ਗੱਲ? ਹਾਂ ਜੀ, ਮੈਂ ਸਿਰ ਹਿਲਾ ਕੇ ਕਿਹਾ। ਸ਼ੇਖੂਪੁਰੀਆ, ਮੈਂ ਤੈਨੂੰ ਇੱਕ ਵਾਰ ਦੱਸਿਆ ਸੀ ਕਿ ਉਹ ਮੇਰਾ ਮੌਜੂ ਏ। ਮੌਜੂ ਲੱਭਣ ਲਈ ਮੈਨੂੰ ਦੂਰ ਨਹੀਂ ਜਾਣਾ ਪੈਂਦਾ, ਇਸੇ ਲਈ ਮੈਂ ਉਹਦੀ ਸੇਵਾ ਕਰਨ ਵਿੱਚ ਘਾਟਾ ਨਹੀਂ ਸਮਝਦਾ। ਮੈਂ ਕਿਸੇ ਕਿਰਦਾਰ ਨੂੰ ਵੇਖਣ ਲਈ ਚੌਂਕਾਂ ਵਿੱਚ ਨਹੀਂ ਖਲੋ ਸਕਦਾ। ਸਮਝ ਗਿਆ ਨਾ ਮੇਰੀ ਗੱਲ? ਜੀ ਹਾਂ, ਸਮਝ ਲਿਆ ਏ ਗੁਰੂ, ਪਰ ਇੱਕ ਖਿਆਲ ਏ ਮੇਰੇ ਮਨ ਵਿੱਚ। ਤੁਸਾਂ ਆਪਣਾ ਕਲਾਮ ਛਾਪੇ ਕਿਉਂ ਨਹੀਂ ਚਾੜਿਆ? ਮੇਰਾ ਕਲਾਮ ਮੈਥੋਂ ਛਾਪੇ ਨਹੀਂ ਚੜ੍ਹ ਸਕਦਾ। ਉਹ ਕਿਉਂ ਜੀ? ਕਿਉਂ ਜੋ ਮੇਰੀ ਸਾਰੀ ਸ਼ਾਇਰੀ ਸਿਆਸੀ ਏ। ਆਜ਼ਾਦੀ ਦੇ ਗੀਤ ਗਾਏ ਨੇ ਮੈਂ, ਧਰਤੀ ਦੀ ਅਣਖ ਵਾਸਤੇ ਲੜਦਾ ਰਿਹਾ ਵਾਂ। ਇਹ ਤਾਂ ਹੋਰ ਵੀ ਚੰਗੀ ਗੱਲ ਏ। ਇਹ ਸਭ ਕੁਝ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਏ, ਮੈਂ ਜੋਸ਼ ਨਾਲ ਆਖਿਆ। ਲੋਕਾਂ ਕੋਲ ਮੈਥੋਂ ਵੀ ਜ਼ਿਆਦਾ ਮੇਰਾ ਕਲਾਮ ਯਾਦ ਏ। ਜੇ ਮੈਂ 4 ਮਿਸਰੇ ਕਹੇ ਨੇ ਤੇ ਲੋਕਾਂ ਬੇਸ਼ੁਮਾਰ ਆਪਣੇ ਕੋਲੋਂ ਬਣਾ ਲਏ ਨੇ। ਪਰ ਗੁਰੂ, ਜੋ ਅਸਲ ਹੈ ਉਹ ਤਾਂ ਸਾਹਮਣੇ ਆ ਜਾਸੀ। ਪਰ ਕਿਉਂ ਮੈਂ ਲੋਕਾਂ ਨੂੰ ਨਾਰਾਜ਼ ਕਰਾਂ? ਜੇ ਲੋਕ ਮੇਰਾ ਕਲਾਮ ਵਧਾ ਘਟਾ ਕੇ ਪੜ੍ਹਦੇ ਨੇ, ਖੁਸ਼ ਹੁੰਦੇ ਨੇ, ਮੈਂ ਕਿਉਂ ਉਹਨਾਂ ਦੀ ਖੁਸ਼ੀ ਵਿੱਚ ਲੱਤ ਮਾਰਾਂ? ਪਰ ਇੰਜ ਨਕਾਦ ਰਾਜੀ ਨਹੀਂ ਹੋਵਣਗੇ, ਮੈਂ ਡਰਦਿਆਂ ਆਖਿਆ। ਮੇਰੇ ਅੰਦਰ ਸ਼ੱਕ ਸੀ। ਮੇਰੇ ਖਿਆਲ ਵਿੱਚ ਸ਼ਾਇਰੀ ਨਾ ਛਪਵਾਉਣ ਦਾ ਕਾਰਨ ਕੁਝ ਹੋਰ ਏ। ਓਏ ਰਹਿਣ ਦੇ ਨਕਾਦਾਂ ਨੂੰ। ਸਾਡਾ ਇੱਥੇ ਪੰਜਾਬੀ ਨੂੰ ਸਮਝਣ ਵਾਲਾ ਨਕਾਦ ਹੈ ਹੀ ਕੋਈ ਨਹੀਂ। ਸਾਰੇ ਫਾਰਸੀ ਤੇ ਅੰਗਰੇਜ਼ੀ ਦੇ ਮਾਰੇ ਹੋਏ ਨੇ। ਮੈਂ ਸਰਕਾਰ ਤੇ ਦਰਬਾਰ ਦੇ ਖਿਲਾਫ ਬੋਲਦਾ ਰਿਹਾ ਵਾਂ। ਆਪਣੀ ਧਰਤੀ ਵਾਸਤੇ, ਆਪਣੇ ਲੋਕਾਂ ਦੀ ਆਜ਼ਾਦੀ ਤੇ ਖੁਸ਼ਹਾਲੀ ਵਾਸਤੇ ਲੜਦਾ ਰਿਹਾ ਵਾਂ। ਮੈਨੂੰ ਨਕਾਦਾਂ ਦੀ ਕੋਈ ਪਰਵਾਹ ਨਹੀਂ। ਨਾਲੇ ਤੂੰ ਵੀ ਚੇਤੇ ਰੱਖੀ ਸ਼ੇਖੂਪੁਰੀਆ, ਲੋਕਾਂ ਦੇ ਨਾਲ ਰਵੀਂ, ਨਕਾਦਾਂ ਦੇ ਮਗਰ ਨਾ ਜਾਵੀਂ। ਕੁਝ ਦੇਰ ਲਈ ਖਾਮੋਸ਼ੀ ਹੋ ਗਈ। ਉਸਤਾਦ ਜੀ ਲੇਟ ਗਏ, ਆਰਾਮ ਕਰਨ ਦੇ ਖਿਆਲ ਵਿੱਚ ਸਨ। ਮੈਂ ਵੀ ਚੁੱਪ ਕਰਕੇ ਬੈਠਾ ਰਿਹਾ। ਮੈਨੂੰ ਖਿਆਲ ਆਇਆ ਕਿ ਇੱਕ ਵਾਰ ਕਿਸੇ ਅਮੀਰ ਬੰਦੇ ਨਾਲ ਕਿਸੇ ਮਹਿਫਿਲ ਵਿੱਚ ਜਾਣ ਲਈ ਨਿਕਲੇ ਤਾਂ ਬੂਹਿਓਂ ਬਾਹਰ ਇੱਕ ਕਹਾਣੀਕਾਰ ਮਿਲਿਆ। ਉਹ ਵੀ ਆਜ਼ਾਦੀ ਵਾਸਤੇ ਘੋਲ ਕਰਨ ਵਾਲਾ ਬੰਦਾ ਸੀ। ਹਰ ਆਮਰ ਖਿਲਾਫ ਲੜਿਆ। ਅਫਸਾਨਾ ਕਹਾਣੀ ਲਿਖਣ ਵਾਲਾ, ਕਿਲੇ ਵਿੱਚ ਕੈਦ ਵੀ ਰਿਹਾ ਤੇ ਜੇਲ੍ਹਾਂ ਵਿੱਚ ਵੀ। ਗਰੀਬ ਤੇ ਮਜ਼ਦੂਰ ਬੰਦਾ ਏ। ਮੈਲੇ ਕੱਪੜਿਆਂ ਵਿੱਚ ਵੇਖ ਕੇ ਅਮੀਰ ਬੰਦੇ ਨੇ ਕਰਾਹਤ ਕਰਦਿਆਂ ਆਖਿਆ, ਚਲੋ ਛੱਡੋ ਉਸਤਾਦ ਜੀ, ਕੀ ਤੁਸੀਂ ਟਕੇ ਟਕੇ ਦੇ ਸ਼ੋਹਰਿਆਂ ਬੰਦਿਆਂ ਨੂੰ ਇਹਤਰਾਮ ਨਾਲ ਮਿਲਣ ਲੱਗ ਪਏ ਹੋ? ਇਹ ਗੱਲ ਉਸਤਾਦ ਜੀ ਨੂੰ ਚੰਗੀ ਨਾ ਲੱਗੀ। ਹੁਣੇ ਜੰਦਰਾ ਮਾਰਿਆ ਸੀ ਬੂਹੇ ਨੂੰ, ਚਾਬੀ ਅਜੇ ਹੱਥ ਵਿੱਚ ਸੀ। ਉਹਨਾਂ ਆਖਿਆ, ਇਹ ਮੈਲਾ ਕੁਚੈਲਾ ਬੰਦਾ ਮੇਰਾ ਉਸਤਾਦ ਏ, ਹੁਣ ਮੈਂ ਕਿਧਰੇ ਨਹੀਂ ਜਾ ਸਕਦਾ। ਜੰਦਰਾ ਖੋਲ੍ਹਿਆ ਤੇ ਆ ਕੇ ਹੁਜਰੇ ਦੇ ਅੰਦਰ ਬੈਠ ਗਏ। ਉਹ ਬੰਦਾ ਤਰਲਾ ਕਰਦਾ ਹੀ ਰਹਿ ਗਿਆ। ਮੇਰੇ ਲਈ ਇਹ ਬਹੁਤ ਵੱਡਾ ਤੇ ਅਜ਼ੀਮ ਜਜ਼ਬਾ ਸੀ ਮੇਰੇ ਗੁਰੂ ਦਾ, ਆਪਣੇ ਲੋਕਾਂ ਨਾਲ ਸਾਂਝ ਵਾਲਾ। ਹੁਜਰੇ ਵਾਲੇ ਲੋਕ ਆਉਂਦੇ ਜਾਂਦੇ ਸਨ। ਬਿਮਾਰੀ ਦੀ ਹਾਲਤ ਵਿੱਚ ਵੀ ਉਸਤਾਦ ਜੀ ਮੱਥੇ ਵੱਟ ਨਹੀਂ ਸਨ ਪਾਉਂਦੇ, ਪਰ ਦਿਨੋਂ ਦਿਨ ਹਾਲਤ ਹੋਰ ਵਿਗੜੀ ਜਾ ਰਹੀ ਸੀ। ਹਸਪਤਾਲ ਜਾਵਣ ਤੋਂ ਕਤਰਾਉਂਦੇ ਸਨ। ਉਹਨਾਂ ਦੀ ਵਿਗੜੀ ਹਾਲਤ ਵੇਖ ਕੇ ਮੈਨੂੰ ਮੁੜ ਪਿਛਲੀਆਂ ਗੱਲਾਂ ਚੇਤੇ ਆਉਂਦੀਆਂ ਸਨ। ਇੱਕ ਵਾਰ ਪੰਜਾਬੀ ਅਦਬੀ ਬੋਰਡ ਦੇ ਸਦਰ ਮੈਨੂੰ ਆਖਿਆ, ਯਾਰ ਤੇਰਾ ਉਸਤਾਦ ਇੱਕ ਕਿਤਾਬ ਮਹਾਕੋਸ਼ ਲੈ ਗਿਆ ਏ, ਆਖੀ ਉਹ ਤਾਂ ਦੇ ਦੇਵਣ। ਮੈਂ ਆ ਕੇ ਗੱਲ ਕੀਤੀ। ਉਸਤਾਦ ਜੀ ਚੁੱਪ ਰਹੇ। ਉਸ ਤੋਂ ਮਗਰੋਂ ਬੋਰਡ ਸਦਰ ਜਦ ਵੀ ਮੈਨੂੰ ਮਿਲਦਾ ਕਿਤਾਬ ਬਾਰੇ ਪੁੱਛਦਾ, ਮੈਂ ਆ ਕੇ ਇੱਥੇ ਗੱਲ ਕਰ ਦਿੰਦਾ ਸਾਂ ਤੇ ਉਹਦਾ ਮੁਤਾਲਬਾ ਯਾਦ ਕਰਾਉਂਦਾ। ਇੱਕ ਵਾਰ ਹੁਜਰੇ ਵਾਲੇ ਖਿੱਝ ਕੇ ਆਖਿਆ, ਤੈਨੂੰ ਅਕਲ ਨਹੀਂ ਸ਼ੇਖੂਪੁਰੀਆ? ਤੂੰ ਮੁੜ ਇੱਕੋ ਹੀ ਗੱਲ ਕਰਨਾ ਏ। ਉਸ ਅਨਪੜ੍ਹ ਨੂੰ ਕਿਤਾਬ ਦੀ ਕੀ ਲੋੜ ਏ? ਅੱਗੋਂ ਤੋਂ ਇਹ ਗੱਲ ਮੈਂ ਨਾ ਸੁਣਾ ਤੇਰੇ ਕੋਲੋਂ।
ਮੈਨੂੰ ਉਹ ਮੁਸ਼ਾਇਰਾ ਯਾਦ ਆਇਆ ਜਿਹੜਾ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੋਇਆ ਸੀ। ਮੁਸ਼ਾਇਰੇ ਦੀ ਸਦਾਰਤ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਸ਼ੋਬੇ ਦੇ ਚੇਅਰਮੈਨ ਕਰ ਰਹੇ ਸਨ। ਜਦ ਸਾਰੇ ਸ਼ਾਇਰ ਮੁਸ਼ਾਇਰਾ ਪੜ੍ਹ ਹਟੇ ਤਾਂ ਉਸਤਾਦ ਜੀ ਨੂੰ ਸਟੇਜ ਦਾ ਸਿਕੰਦਰ ਕਹਿ ਕੇ ਸਟੇਜ ਉੱਤੇ ਬੁਲਾਇਆ ਗਿਆ, ਪਰ ਉਸਤਾਦ ਜੀ ਸਾਫ਼ ਇਨਕਾਰ ਕਰਦਿਆਂ ਆਖਿਆ, ਮੈਂ ਇਸ ਦੀ ਸਦਾਰਤ ਮੁਸ਼ਾਇਰਾ ਨਹੀਂ ਪੜ੍ਹ ਸਕਦਾ, ਇਹਨੂੰ ਪੰਜਾਬੀ ਦਾ ਕੱਖ ਵੀ ਪਤਾ ਨਹੀਂ। ਸਭ ਹੈਰਾਨ ਹੋਏ। ਪੁੱਛਿਆ, ਕਿਉਂ ਜੀ? ਇਹ ਤਾਂ ਪੰਜਾਬੀ ਜ਼ੁਬਾਨ ਦੇ ਡਾਕਟਰ ਨੇ। ਪਰ ਦਰਵੇਸ਼ ਆਖ ਰਿਹਾ ਸੀ ਕਿ ਇਹਨੂੰ ਪੰਜਾਬੀ ਜ਼ੁਬਾਨ ਦੀ ਕੋਈ ਸਮਝ ਨਹੀਂ। ਇਹ ਪੰਜਾਬੀ ਜ਼ੁਬਾਨ ਦਾ ਜਾਹਲ ਮੁਤੱਲਕ ਏ। ਪੰਜਾਬੀ ਦਾ ਡਾਕਟਰ ਸਿਰ ਨੀਵਾਂ ਕਰੀ ਬੈਠਾ ਸੀ। ਮੁਸ਼ਾਇਰਾ ਉੱਜੜ ਗਿਆ ਸੀ। ਸਦਰ ਬੜਾ ਪੱਚੀ ਹੋਇਆ। ਇੰਨੀ ਜੁਰਤ ਤੇ ਬੇਬਾਕੀ ਵਾਲਾ ਦਰਵੇਸ਼ ਮੇਰੇ ਸਾਹਮਣੇ ਹੌਲੀ ਹੌਲੀ ਚੁੱਪ ਹੋ ਰਿਹਾ ਸੀ। ਬਸ ਇਹ ਗੱਲ ਹੀ ਮੈਨੂੰ ਦੁੱਖ ਦੇਣ ਵਾਲੀ ਸੀ। ਜਦ ਉਸਤਾਦ ਜੀ ਦੀ ਤਬੀਅਤ ਬਹੁਤ ਹੀ ਵਿਗੜ ਗਈ ਤਾਂ ਸਰਵਿਸਿਜ਼ ਹਸਪਤਾਲ ਵਿੱਚ ਦਾਖਲ ਹੋਏ। ਡਾਕਟਰਾਂ ਬਹੁਤ ਇਹਤਰਾਮ ਕੀਤਾ। ਖਿਦਮਤ ਤੇ ਇਲਾਜ ਕਰਨ ਵਿੱਚ ਕੋਈ ਢਿੱਲ ਮੱਠ ਨਾ ਵਿਖਾਈ। ਕੁਝ ਦਿਨਾਂ ਮਗਰੋਂ ਜਰਾ ਤਬੀਅਤ ਸੰਭਲੀ ਤਾਂ ਮੁੜ ਹੱਸਣ ਖੇਡਣ ਲੱਗ ਪਏ। ਮੈਂ ਫੈਕਟਰੀ ਆਉਂਦਾ, ਪਰ ਮੇਰਾ ਧਿਆਨ ਹਸਪਤਾਲ ਵੱਲ ਹੀ ਲੱਗਾ ਰਹਿੰਦਾ ਸੀ। ਸ਼ਾਮ ਇੱਥੇ ਤੇ ਸੁਬਹ ਉੱਥੇ, ਜੇ ਸੁਬਹ ਇੱਥੇ ਤਾਂ ਸ਼ਾਮ ਉੱਥੇ, ਇੰਝ ਹੀ ਮੇਰਾ ਤਾਣਾ ਵੱਜਾ ਰਹਿੰਦਾ ਸੀ। ਇੱਕ ਦਿਨ ਨਾਗਾ ਕਰਨ ਮਗਰੋਂ ਆਇਆ ਤਾਂ ਉਹਨਾਂ ਆਖਿਆ, ਸ਼ੇਖੂਪੁਰੀਆ, ਇੱਕ ਵਾਰੀ ਨਸੀਰੇ ਦੀ ਮਾਂ ਨਾਲ ਮੁਲਾਕਾਤ ਹੋ ਜਾਵੇ ਤੇ ਮੇਰਾ ਮਰਨਾ ਸੌਖਾ ਹੋ ਸਕਦਾ ਏ। ਗੱਲ ਤਾਂ ਉਹਨਾਂ ਕਰ ਦਿੱਤੀ ਸੀ, ਪਰ ਅੰਦਰੋਂ ਉਹ ਵੀ ਜਾਣਦੇ ਸਨ ਕਿ ਨਸੀਰੇ ਦੀ ਮਾਂ ਨਾ ਇੱਥੇ ਆ ਸਕਦੀ ਏ ਤੇ ਨਾ ਇਹ ਉੱਥੇ ਜਾ ਸਕਦੇ ਨੇ। ਫਿਰ ਵੀ ਉਹਨਾਂ ਆਪਣੀ ਸੱਦਰ ਦੱਸ ਹੀ ਦਿੱਤੀ। ਮੈਂ ਵੀ ਜਾਣਦਾ ਸਾਂ ਕਿ ਸਾਡੇ ਸਮਾਜ ਵਿੱਚ ਇਹ ਕੰਮ ਬਹੁਤ ਹੀ ਔਖਾ ਤੇ ਖਤਰੇ ਵਾਲਾ ਏ, ਪਰ ਉਸਤਾਦ ਜੀ ਮੁੜ ਆਖ ਰਹੇ ਸਨ, ਇੱਕ ਵਾਰ, ਬਸ ਇੱਕ ਮੁਲਾਕਾਤ ਹੋ ਜਾਵੇ ਤਾਂ ਮੇਰੀ ਰੂਹ ਨੂੰ ਚੈਨ ਆ ਸਕਦਾ ਏ। ਮੈਂ ਤਸੱਲੀ ਲਈ ਆਖਦਾ ਰਹਿੰਦਾ ਸਾਂ, ਪਰ ਤਸੱਲੀ ਦੇਵਣ ਵੇਲੇ ਮੇਰੇ ਆਪਣੇ ਦਿਲ ਨੂੰ ਕੁਝ ਹੋਵਣ ਲੱਗ ਪੈਂਦਾ ਸੀ। ਮੈਂ ਰੋਣ ਹਾਕਾ ਹੋ ਜਾਂਦਾ ਸਾਂ। ਫਿਰ ਮੈਨੂੰ ਉਸਤਾਦ ਜੀ ਤਸੱਲੀ ਦੇ ਕੇ ਆਖਦੇ, ਓਏ ਚੱਲਿਆ, ਇੱਕ ਦਿਨ ਸਭਨਾ ਜਾਣਾ ਏ। ਮੇਰੇ ਵੇਂਦਿਆਂ ਕਈ ਹੋ ਗਏ, ਮੈਂ ਕਈਆਂ ਦੇ ਵੇਂਦਿਆਂ ਹੋ ਜਾਣਾ, ਸਭਨਾ ਖਾਕ ਦੇ ਵਿੱਚ ਸਮੋ ਜਾਣਾ। ਮੈਂ ਗੱਲ ਵਲਾ ਕੇ ਆਖਦਾ, ਉਸਤਾਦ ਜੀ, ਤੁਸਾਂ ਛੇਤੀ ਠੀਕ ਹੋ ਜਾਣਾ ਏ। ਮੁੜ ਉਹੀ ਰੌਣਕਾਂ, ਉਹੀ ਗੱਲਾਂ। ਫਿਕਰ ਵਾਲੀ ਕੋਈ ਗੱਲ ਨਹੀਂ। ਮੇਰੀ ਇਸ ਗੱਲ ਉੱਤੇ ਉਹ ਚੁੱਪ ਕਰ ਜਾਇਆ ਕਰਦੇ ਸਨ। ਆਪਣੇ ਮਿਲਣ ਵਾਲਿਆਂ ਨੂੰ ਜਿਹੜੇ ਖਬਰ ਲਈ ਆਉਂਦੇ ਸਨ, ਉਸਤਾਦ ਜੀ ਕੋਸ਼ਿਸ਼ ਕਰਦੇ ਕਿ ਸੇਬ ਆਪਣੇ ਹੱਥੀਂ ਛਿੱਲ ਕੇ ਖਵਾਉਣ, ਪਰ ਇਹ ਖਿਦਮਤ ਉਹਨਾਂ ਕੋਲੋਂ ਨਹੀਂ ਸੀ ਹੋ ਰਹੀ। ਹਾਲਤ ਭਾਵੇਂ ਖਰਾਬ ਸੀ, ਪਰ ਫਿਰ ਵੀ ਹੌਸਲਾ ਕਰਦੇ ਕਿ ਬਿਨਾਂ ਕਿਸੇ ਸਹਾਰੇ ਦੇ ਲੈਟਰੀਨ ਤੱਕ ਆਪ ਹੀ ਜਾਵਣ। ਜਦ ਹਾਲਤ ਬਹੁਤ ਹੀ ਵਿਗੜ ਗਈ, ਪਿਸ਼ਾਬ ਬੰਦ ਹੋ ਗਿਆ, ਡਾਕਟਰਾਂ ਮਸਨੂਈ ਤਰੀਕੇ ਨਾਲ ਪਿਸ਼ਾਬ ਖਾਰਜ ਕਰਵਾਉਣ ਲਈ ਨਾਲੀਆਂ ਲਾ ਦਿੱਤੀਆਂ ਸਨ। ਨਾਲੀਆਂ ਵੇਖ ਕੇ ਬੋਲੇ, ਲੈ ਓਏ ਸ਼ੇਖੂਪੁਰੀਆ, ਕਹਾਣੀ ਮੁੱਕ ਚੱਲੀ ਆ। ਜਿਆਦੇ ਟੂਟੀਆਂ ਲੱਗ ਜਾਵਣ, ਉਸ ਵੇਲੇ ਆਖਰੀ ਗੱਲ ਹੁੰਦੀ ਏ। ਨਾ ਜੀ ਨਾ, ਹੁਣ ਸਰਜਰੀ ਬਹੁਤ ਜ਼ਿਆਦਾ ਤਰੱਕੀ ਕਰ ਗਈ ਏ। ਗੁਰਦੇ ਤਬਦੀਲ ਕਰ ਦਿੰਦੇ ਨੇ, ਡਾਕਟਰ ਦਿਲ ਕੱਢ ਕੇ ਨਵਾਂ ਪਾ ਦਿੰਦੇ ਨੇ। ਫਿਕਰ ਵਾਲੀ ਕੋਈ ਗੱਲ ਨਹੀਂ, ਤੁਹਾਡੀ ਤਾਂ ਬਿਮਾਰੀ ਬਹੁਤ ਮਾਮੂਲੀ ਏ। ਆਖਾਂ ਨੂੰ ਤਾਂ ਤਸੱਲੀ ਖਾਤਰ ਆਖੀ ਜਾਂਦਾ ਸਾਂ, ਪਰ ਮੇਰਾ ਅੰਦਰਲਾ ਵੀ ਡਰਿਆ ਹੋਇਆ ਸੀ। ਸਾਫ਼ ਮਾਲੂਮ ਹੋ ਰਿਹਾ ਏ ਕਿ ਗੁਰੂ ਜਾਣ ਵਾਲਾ ਏ, ਪਰ ਫਿਰ ਵੀ ਮੈਂ ਬਥੇਰੀ ਤਸੱਲੀ ਦਿੰਦਾ। ਮੇਰੇ ਚਿਹਰੇ ਉੱਤੇ ਝੂਠ ਵੇਖ ਕੇ ਉਸਤਾਦ ਜੀ ਮੁਸਕਰਾ ਕੇ ਚੁੱਪ ਕਰ ਰਹਿੰਦੇ। ਝੱਟ ਮਗਰੋਂ ਬੋਲੇ ਤੇ ਆਖਿਆ, ਕਹਾਣੀ ਲਿਖਣਾ ਨਾ ਛੱਡੀ, ਆਪਣੀ ਮੰਜ਼ਿਲ ਦੀ ਆਪ ਪਛਾਣ ਰੱਖੀ। ਕੁਰਾਹੇ ਪਾਵਣ ਵਾਲੇ ਬਹੁਤ ਨੇ ਇੱਥੇ, ਆਪਣੇ ਗੁਣ ਨੂੰ ਹੋਰ ਪਾਲਿਸ਼ ਕਰ। ਤੇਰੇ ਵਿੱਚ ਅੱਗੇ ਵਧਣ ਦੀ ਅਜੇ ਗੁੰਜਾਇਸ਼ ਹੈ। ਵਾਰਸ਼ ਸ਼ਾਹ ਨੂੰ ਪੜ੍ਹਦਾ ਰਵੀਂ। ਮੈਨੂੰ ਕਈ ਹੋਰ ਨਸੀਹਤਾਂ ਕਰਦਿਆਂ ਹੋਇਆਂ ਆਖਿਆ, ਆਪਣੀ ਜਾਤ ਨੂੰ ਤੂਲ ਨਾ ਦੇਵੀਂ। ਬੰਦਾ ਬਹੁਤ ਕੁਝ ਵੀ ਹੁੰਦਾ ਏ ਤੇ ਬਹੁਤ ਮਹਿਦੂਦ ਵੀ। ਨਾਲ ਹੀ ਮੁਸਕਰਾ ਕੇ ਬੋਲੇ, ਮਹਿਦੂਦ ਹੀ ਲਾਮਹਿਦੂਦ ਵਿੱਚ ਸਮਾਂਦਾ ਏ। ਇਹ ਗੁੱਜਾ ਇਸ਼ਾਰਾ ਸੀ ਮੇਰੇ ਵੱਲ। ਇੱਕ ਦਿਨ ਪੰਜਾਬ ਦੇ ਗਵਰਨਰ ਜੈਲਾਨੀ ਸਾਹਿਬ ਹਸਪਤਾਲ ਵਿੱਚ ਆਏ। ਨਰਸਾਂ ਤੇ ਡਾਕਟਰ ਮਰੀਜ਼ਾਂ ਨੂੰ ਹੁਸ਼ਿਆਰ ਰਹਿਣ ਲਈ ਆਖਦੇ ਫਿਰਦੇ ਸਨ। ਹਸਪਤਾਲ ਦਾ ਸਾਰਾ ਅਮਲਾ ਹਾਜ਼ਰ ਨਾਜ਼ਰ ਹੋ ਕੇ ਅੱਗੇ ਪਿੱਛੇ ਭੱਜਾ ਫਿਰਦਾ ਸੀ। ਹਰ ਮਰੀਜ਼ ਨੂੰ ਰੀਝ ਕਿ ਗਵਰਨਰ ਉਹਦੇ ਤੀਕਰ ਆਵੇ। ਗਵਰਨਰ ਜੈਲਾਨੀ ਦਰਵੇਸ਼ ਦੇ ਕਮਰੇ ਵਿੱਚ ਵੀ ਆਏ। ਉਹ ਹਾਲ ਪੁੱਛਣ ਲਈ ਉਲਰੇ, ਪਰ ਦਰਵੇਸ਼ ਤਾਂ ਗਵਰਨਰ ਵੱਲੋਂ ਮੂੰਹ ਫੇਰ ਲਿਆ ਸੀ। ਗਵਰਨਰ ਪੱਚੀ ਹੋ ਕੇ ਆਪਣੇ ਚਮਚਿਆਂ ਤੇ ਝੋਲੀ ਚੁੱਕਾਂ ਦੇ ਹਜੂਮ ਵਿੱਚ ਵਾਪਸ ਮੁੜ ਗਿਆ। ਵਾਹ, ਆਖਰੀ ਵੇਲੇ ਕਿੰਨੀ ਖੁਦਦਾਰੀ ਸੀ ਮੇਰੇ ਗੁਰੂ ਵਿੱਚ। ਬਿਸਤਰ ਮਰਗ ਉੱਤੇ ਬੰਦਾ ਹਰ ਇੱਕ ਕੋਲੋਂ ਹਮਦਰਦੀ ਦੇ ਬੋਲ ਸੁਣਨਾ ਚਾਹੁੰਦਾ ਏ, ਪਰ ਇੱਥੇ ਤਾਂ ਮੁਆਮਲਾ ਹੀ ਉਲਟ ਸੀ। ਮੇਰਾ ਬੁਝਿਆ ਹੋਇਆ ਦਿਲ ਆਪਣੇ ਉਸਤਾਦ ਦੀ ਖੁਦਦਾਰੀ ਉੱਤੇ ਖੁਸ਼ ਹੋ ਕੇ ਹੱਸ ਪਿਆ ਸੀ। ਮੈਂ ਉਹਨਾਂ ਦੇ ਪੈਰਾਂ ਨੂੰ ਚੁੰਮ ਲਿਆ। ਉਹਨਾਂ ਆਖਿਆ,
ਕਿੰਨੇ ਮੱਕਾਰ ਹੁੰਦੇ ਨੇ ਇਹ ਟੋਡੀ ਬੱਚੇ। ਸਾਮਰਾਜ ਦੇ ਸਧਾਏ ਹੋਏ ਮੋਇਆਂ ਦੇ ਮੂੰਹ ਉੱਤੇ ਮੱਖਣ ਮਲ ਕੇ ਫਿਰਦੇ ਨੇ। ਮੁਲਕ ਤੇ ਕੌਮ ਦੇ ਵੈਰੀ ਨੇ। ਸ਼ੇਖੂਪੁਰੀਆ, ਬਹੁਤੀ ਦੇਰ ਤੀਕਰ ਇਹ ਆਮਰੀਅਤ ਕਾਇਮ ਨਹੀਂ ਰੱਖ ਸਕਦੇ। ਉਹ ਵੇਲਾ ਆਵਣ ਹੀ ਵਾਲਾ ਏ ਜਦੋਂ ਸਾਰੀ ਦੁਨੀਆ ਨਫ਼ਰਤ ਨਾਲ ਇਹਨਾਂ ਦੇ ਮੂੰਹ ਉੱਤੇ ਥੁੱਕੇਗੀ। ਬਿਲਕੁਲ ਜੀ, ਤੁਸਾਂ ਠੀਕ ਹੀ ਆਖਦੇ ਹੋ। ਅਸਾਂ ਸਾਰੇ ਤਲਤ ਮਹਿਦੂਦ, ਰਾਜ ਰਿਆਜ਼, ਸਾਈਂ ਅਖਤਰ ਤੇ ਕਈ ਹੋਰ ਸੱਜਣ ਹਾਮੀ ਭਰਦੇ। ਬਿਮਾਰੀ ਕਾਬੂ ਵਿੱਚ ਨਹੀਂ ਸੀ ਆ ਰਹੀ। ਡਾਕਟਰ ਆਪਣਾ ਵੱਸ ਲਾ ਰਹੇ ਸਨ, ਪਰ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਸੀ। ਲੋਕਾਈ ਦਾ ਜਿਹੜਾ ਵੀ ਬੰਦਾ ਖਬਰ ਲਈ ਆਉਂਦਾ, ਉਸਤਾਦ ਜੀ ਉਹਨੂੰ ਵੇਖ ਕੇ ਡੁਸਕ ਪੈਂਦੇ ਸਨ। ਲੋਕਾਂ ਦਾ ਤਾਣਾ ਲੱਗਾ ਰਹਿੰਦਾ ਸੀ, 2 ਆ ਰਹੇ ਨੇ, 1 ਜਾ ਰਿਹਾ ਏ। ਕਮਰੇ ਦੇ ਬਾਹਰ ਹਰ ਵੇਲੇ ਇੱਕ ਭੀੜ ਲੱਗੀ ਰਹਿੰਦੀ ਸੀ। ਅਚਨਚੇਤ ਖਬਰ ਆਈ ਕਿ ਜਨਾਬ ਫੈਜ਼ ਅਹਿਮਦ ਫੈਜ਼ ਇਸ ਦੁਨੀਆ ਤੋਂ ਚਲਾਣਾ ਕਰ ਗਏ ਨੇ। ਇਹ ਖਬਰ ਸੁਣ ਕੇ ਉਸਤਾਦ ਜੀ ਤੜਫ ਉੱਠੇ, ਸੱਭੇ ਟੂਟੀਆਂ ਲਾ ਸੁੱਟੀਆਂ ਤੇ ਫੈਜ਼ ਸਾਹਿਬ ਦੇ ਆਖਰੀ ਦੀਦਾਰ ਲਈ ਉੱਠ ਤੁਰੇ। ਡਾਕਟਰਾਂ ਬਹੁਤ ਰੋਕਿਆ ਕਿ ਤੁਹਾਡੀ ਆਪਣੀ ਜਾਨ ਨੂੰ ਖਤਰਾ ਏ, ਪਰ ਉਸਤਾਦ ਜੀ ਇੱਕੋ ਗੱਲ ਹੀ ਕਹਿੰਦੇ ਸਨ ਕਿ ਉਹ ਮੇਰਾ ਯਾਰ ਸੀ, ਮੈਂ ਜਾਣਾ ਏ। ਧੱਕੋ ਧੱਕੀ ਚਲੇ ਗਏ। ਉੱਥੇ ਰੂਸੀ ਸਫ਼ੀਰ ਨਾਲ ਰੂਸੀ ਜ਼ਬਾਨ ਵਿੱਚ ਸਲਾਮ ਦੁਆ ਹੋਈ ਤਾਂ ਸਫ਼ੀਰ ਹੈਰਾਨ ਰਹਿ ਗਿਆ। ਫੈਜ਼ ਸਾਹਿਬ ਦੀ ਮੌਤ ਦਾ ਅਫਸੋਸ ਵੀ ਸਫ਼ੀਰ ਨੇ ਉਸਤਾਦ ਜੀ ਨਾਲ ਕਰਦਿਆਂ ਹੋਇਆਂ ਆਖਿਆ, ਧਰਤੀ ਦੇ ਅਜ਼ੀਮ ਲੋਕੋ, ਤੁਹਾਡੇ ਇੱਕ ਸਾਥੀ ਦੇ ਵਿਛੜਨ ਦਾ ਰੂਸ ਨੂੰ ਬਹੁਤ ਅਫਸੋਸ ਏ। ਉਸਤਾਦ ਜੀ ਉੱਥੋਂ ਰੋਂਦੇ ਹੋਏ ਪਰਤੇ। ਹਾਲਤ ਹੋਰ ਜ਼ਿਆਦਾ ਮਾੜੀ ਹੋ ਗਈ ਹੋਈ ਸੀ। ਗਸ਼ੀ ਦੇ ਦੌਰੇ ਪੈਣ ਲੱਗ ਪਏ ਸਨ। ਡਾਕਟਰਾਂ ਬਹੁਤ ਯਤਨ ਕੀਤੇ, ਪਰ ਮੁੜ ਕੇ ਹਾਲਤ ਨਾ ਸੰਭਲ ਸਕੀ। ਥੋੜ੍ਹੇ ਹੀ ਦਿਨਾਂ ਮਗਰੋਂ 3 ਦਸੰਬਰ 1984 ਨੂੰ ਉਸਤਾਦ ਜੀ ਚਲਾਣਾ ਕਰ ਗਏ। ਮੈਂ ਜਾ ਕੇ ਨਸੀਰੇ ਦੀ ਮਾਂ ਨੂੰ ਦੱਸਿਆ, ਅੰਮਾ, ਗੱਟੂ ਜੋੜ ਨੇ ਛੱਡ ਦਿੱਤੇ ਨੇ। ਉਹ ਸਾਨੂੰ ਵੀ ਛੱਡ ਗਏ ਨੇ। ਬੜੀ ਮੁਸ਼ਕਲ ਨਾਲ ਮੇਰੇ ਮੂੰਹੋਂ ਇਹ ਲਫ਼ਜ਼ ਨਿਕਲੇ। ਨਸੀਰੇ ਦੀ ਮਾਂ ਜਿਵੇਂ ਮੇਰੀ ਗੱਲ ਸੁਣ ਕੇ ਪੱਥਰ ਬਣ ਗਈ ਹੋਵੇ। ਉਹਦੀਆਂ ਅੱਖਾਂ ਮੇਰੇ ਚਿਹਰੇ 'ਤੇ ਹੀ ਗੱਡੀਆਂ ਗਈਆਂ। ਇੰਜ ਜਾਪਦਾ ਸੀ ਕਿ ਜੇ ਮੈਂ ਇੱਥੇ ਬਹੁਤੀ ਦੇਰ ਖਲੋਤਾ ਰਿਹਾ ਤਾਂ ਮੇਰਾ ਸਾਰਾ ਵਜੂਦ ਇਹਨਾਂ ਦੀ ਤਾੜੀ ਨਾਲ ਖੁਰ ਜਾਵੇਗਾ। ਮੈਂ ਘਬਰਾ ਕੇ ਉੱਥੋਂ ਪਰਤ ਆਇਆ। ਬੇਸ਼ੁਮਾਰ ਲੋਕਾਂ ਆ ਕੇ ਜਨਾਜ਼ਾ ਪੜ੍ਹਿਆ ਤੇ ਫਿਰ ਮਾਧੋ ਲਾਲ ਹੁਸੈਨ ਦੇ ਮਜ਼ਾਰ ਲਾਗੇ ਧਰਤੀ ਦੀ ਝੋਲ ਵਿੱਚ ਰੱਖ ਦਿੱਤਾ। ਮੇਰੇ ਲਈ ਤਾਂ ਬਹੁਤ ਮਾੜਾ ਹੋ ਗਿਆ ਸੀ। ਮੈਨੂੰ ਪੂਰਾ ਲਾਹੌਰ ਸ਼ਹਿਰ ਉਜਾੜ ਲੱਗਦਾ ਸੀ। ਇੱਥੇ ਕੋਈ ਵੀ ਮੇਰਾ ਆਪਣਾ ਨਹੀਂ ਸੀ ਰਿਹਾ। ਕੋਈ ਬੂਹਾ ਵੀ ਤੇ ਮੇਰੇ ਲਈ ਨਹੀਂ ਸੀ ਖੁੱਲ੍ਹਦਾ। ਸਾਰੇ ਦਰ ਬੰਦ ਹੋ ਗਏ ਸਨ। ਇੱਕ ਵਾਰ ਫੇਰ ਮੇਰਾ ਅੰਦਰਲਾ ਮੈਨੂੰ ਖਿੱਚ ਕੇ ਡੇਕ ਦੇ ਪੁਲ ਉੱਤੇ ਲੈ ਜਾਂਦਾ ਏ। ਉੱਥੇ ਬੈਠਿਆਂ ਹੀ ਸ਼ਾਮ ਪੈ ਜਾਂਦੀ ਏ, ਪਰ ਮੈਂ ਸ਼ਾਹੂ ਦੇ ਖੋਲਿਆਂ ਵੱਲ ਤਾੜੀ ਲਾਈ ਰੱਖਣਾ ਵਾਂ। ਡੇਕ ਦਾ ਪਾਣੀ ਉਂਝ ਹੀ ਵਗਦਾ ਪਿਆ ਏ। ਸ਼ਾਹੂ ਦੇ ਖੋਲੇ ਭਾਂ-ਭਾਂ ਕਰਦੇ ਖਾਲੀ ਪਏ ਨੇ। ਸੂਰਜ ਡੁੱਬਦਾ ਜਾਂਦਾ ਏ। ਮੇਰੇ ਹੰਝੂ ਵਗ ਕੇ ਚੂਨੇ ਭਰੀ ਬੁਰਜੀ ਵਿੱਚ ਜਜ਼ਬ ਹੋ ਜਾਂਦੇ ਨੇ। ਰੋਂਦੂ ਦੀ ਕਾਰ ਰੋਜ਼ ਵਾਂਗਰ ਸੜਕ ਉੱਤੋਂ ਤਿਲਕਦੀ ਜਾ ਰਹੀ ਏ। ਮੈਂ ਯਾਦਾਂ ਦੀ ਭੁੱਬਲ ਵਿੱਚ ਭੁੱਜਦਾ ਜਾ ਰਿਹਾ ਵਾਂ। Please like, share and subscribe.